ਹੈਲੋ ਸਟੂਡੈਂਟਸ, ਅੱਜ ਜਿਹੜੀ ਆਪਾਂ ਸਟੋਰੀ ਡਿਸਕਸ ਕਰਨੀ ਹੈ ਉਹ ਹੈ ਧਰਤੀ ਹੇਠਲਾ ਬੌਲਦ, ਭਾਵ ਧਰਤੀ ਦੇ ਹੇਠਲਾ ਧੌਲ ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਮੋਢਿਆਂ ਦੇ ਉੱਪਰ ਚੱਕਿਆ ਹੋਇਆ ਹੈ। ਇਹ ਕਹਾਣੀ ਜਿਹੜੀ ਹੈ ਇੱਕ ਮਿੱਥ ਦੇ ਉੱਪਰ ਆਧਾਰਿਤ ਹੈ, ਜਿਹਦੇ ਆਧਾਰ ਜਿਹੜਾ ਹੈ ਦੱਸਿਆ ਗਿਆ ਹੈ ਕਿ ਇਸ ਸਾਰੀ ਧਰਤੀ ਦਾ ਭਾਰ ਇੱਕ ਬੌਲਦ ਨੇ ਆਪਣੇ ਸਿੰਘਾਂ ਦੇ ਉੱਪਰ ਚੱਕਿਆ ਹੋਇਆ ਹੈ ਤੇ ਉਹ ਬੜੇ ਹੀ ਹੌਸਲੇ ਦੇ ਨਾਲ, ਬੁਲੰਦੀ ਦੇ ਨਾਲ ਇਸ ਸਾਰੀ ਧਰਤੀ ਦਾ ਭਾਰ ਢੋ ਰਿਹਾ ਹੈ। ਇਸ ਕਹਾਣੀ ਦੇ ਵਿੱਚ ਧਰਤੀ ਹੇਠਲਾ ਬੌਲਦ ਕਰਮ ਸਿੰਘ ਦੇ ਪਿਤਾ ਨੂੰ ਕਿਹਾ ਗਿਆ ਹੈ, ਜਿਸ ਨੇ ਆਪਣੀ ਸਾਰੀ ਘਰੇਲੂ ਜ਼ਿੰਮੇਵਾਰੀਆਂ ਨੂੰ ਜਾਂ ਇਹ ਕਹਿ ਲਓ ਕਿ ਆਪਣੇ ਪੁੱਤਰ ਦੀ ਮੌਤ ਦਾ ਬੋਝ ਆਪਣੇ ਮੋਢਿਆਂ ਦੇ ਉੱਪਰ ਚੱਕਿਆ ਹੋਇਆ ਸੀ ਤੇ ਉਹ ਕਿਸੇ ਨੂੰ ਵੀ ਆਪਣੇ ਦੁੱਖ ਦੇ ਵਿੱਚ ਭਾਗੀਦਾਰ ਬਣਾ ਕੇ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਉਹ ਇਕੱਲਾ ਹੀ ਇਹਨਾਂ ਦੁੱਖਾਂ ਨੂੰ ਜਰਨਾ ਚਾਹੁੰਦਾ ਸੀ, ਕਿਉਂਕਿ ਸ਼ੁਰੂ ਤੋਂ ਹੀ ਬਾਬਾ ਜਿਹੜਾ ਸੀ ਉਹ ਉਸ ਇਲਾਕੇ ਦਾ ਜੰਪਲ ਸੀ ਜਿਹੜਾ ਕਿ ਸ਼ੁਰੂ ਤੋਂ ਹੀ ਤੰਗੀਆਂ ਤੁਰਸ਼ੀਆਂ ਦਾ, ਮੁਸੀਬਤਾਂ ਦਾ ਸਾਹਮਣਾ ਕਰਦਾ ਆ ਰਿਹਾ ਸੀ। ਸੋ ਇਸ ਕਰਕੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬੌਲਦ ਕਿਹਾ ਗਿਆ ਹੈ, ਜਿਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਤੋਂ ਬਾਅਦ ਵੀ ਸਾਰੀਆਂ ਦੁੱਖਾਂ ਨੂੰ ਜਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ ਦੇ ਉੱਪਰ ਚੱਕ ਲਿਆ ਸੀ। ਠੀਕ ਹੈ, ਸੋ ਸਭ ਤੋਂ ਪਹਿਲਾਂ ਬੇਟਾ ਇਹਦਾ ਜਿਹੜਾ ਹੈ ਵਿਸ਼ਾ ਆਪਾਂ ਡਿਸਕਸ ਕਰਾਂਗੇ, ਜਿਹੜਾ ਕਿ ਦੱਸਿਆ ਗਿਆ ਕਿ ਇਸ ਕਹਾਣੀ ਦੇ ਵਿੱਚ ਲੇਖਕ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਖੋ, ਇਸ ਕਹਾਣੀ ਦਾ ਮੁੱਖ ਵਿਸ਼ਾ ਫੌਜੀਆਂ ਦੇ ਜੀਵਨ ਤੇ ਉਹਨਾਂ ਦੇ ਆਪਣੇ ਦੇਸ਼ ਪ੍ਰਤੀ ਫਰਜ਼ ਨੂੰ ਬਿਆਨ ਕਰਨਾ ਹੈ। ਠੀਕ ਹੈ, ਫੌਜੀਆਂ ਦਾ ਜੀਵਨ ਵੀ ਹੈ ਤੇ ਉਹਨਾਂ ਦਾ ਦੇਸ਼ ਪ੍ਰਤੀ ਕੀ ਫਰਜ਼ ਹੈ। ਜਿੱਥੇ ਇੱਕ ਪਾਸੇ ਫੌਜੀ ਘਰ ਆਉਣ ਨੂੰ ਤਰਸਦਾ ਹੈ, ਐਗਜ਼ਾਮਪਲ ਦੇ ਸਕਦੇ ਹੋ ਜਿਵੇਂ ਕਰਮ ਸਿੰਘ, ਉੱਥੇ ਦੂਜੇ ਪਾਸੇ ਦੇਸ਼ ਪ੍ਰਤੀ ਆਪਣੇ ਫਰਜ਼ ਤੇ ਕੁਰਬਾਨੀ ਕਰਨ ਦੀ ਭਾਵਨਾ ਨੂੰ ਪੇਸ਼ ਕਰਦਾ ਹੈ ਕਿ ਇੱਕ ਪਾਸੇ ਤਾਂ ਉਹਦੀ ਇੱਛਾ ਹੈ ਕਿ ਉਹ ਘਰ ਆਵੇ, ਪਰ ਦੂਸਰੇ ਪਾਸੇ ਜਿਹੜੀ ਹੈ ਉਹਦਾ ਦੇਸ਼ ਦੇ ਪ੍ਰਤੀ ਫਰਜ਼ ਵੀ ਹੈ ਕਿ ਉਹਨੇ ਜਿਹੜਾ ਹੈ ਆਪਣੇ ਦੇਸ਼ ਦੇ ਲਈ ਕੁਰਬਾਨੀ ਦੇਣੀ ਹੈ। ਇਸ ਕਰਕੇ ਜਿਹੜਾ ਹੈ ਉਹ ਛੁੱਟੀ 'ਤੇ ਨਹੀਂ ਆਇਆ ਸੀ ਔਰ ਉੱਥੇ ਕੀ ਕੀਤਾ ਉਹਨੇ, ਜਿੱਥੇ ਫੌਜੀ ਦੇਸ਼ ਦੇ ਲਈ ਮਰ ਮਿਟਦਾ ਹੈ ਉੱਥੇ ਦੂਸਰੇ ਪਾਸੇ ਉਹਦੇ ਘਰ ਵਾਲੇ ਕੁਰਬਾਨੀ ਦੇ ਪੁਤਲੇ ਆਖੇ ਜਾਂਦੇ ਆ, ਜੋ ਧਰਤੀ ਹੇਠਲੇ ਬੌਲਦ ਦੇ ਬਰਾਬਰ ਹਨ, ਜਿਸ ਨੇ ਹੌਸਲੇ ਨਾਲ ਧਰਤੀ ਦਾ ਬੋਝ ਆਪਣੇ ਮੋਢਿਆਂ 'ਤੇ ਚੱਕਿਆ ਹੋਇਆ ਹੈ। ਸੋ ਕਹਿੰਦੇ ਕਿ ਫੌਜੀ ਦਾ ਜਿਹੜੇ ਆ ਉਹ ਆਪਣੇ ਦੇਸ਼ ਦੇ ਲਈ ਕੁਰਬਾਨੀ ਕਰਦੇ ਹੀ ਕਰਦੇ ਆ, ਪਰ ਉਹਦੇ ਜਿਹੜੇ ਘਰ ਵਾਲੇ ਆ ਨਾ, ਉਹ ਉਸ ਤੋਂ ਵੀ ਵੱਡੇ ਜਿਹੜੇ ਆ ਕੁਰਬਾਨੀ ਦੇ ਪੁਤਲੇ ਆ, ਜਿਨ੍ਹਾਂ ਨੇ ਆਪਣਾ ਪੁੱਤਰ ਦੇਸ਼ ਦੇ ਲਈ ਕੁਰਬਾਨ ਕੀਤਾ ਆ। ਸੋ ਉਹਦੇ ਜਿਹੜੇ ਘਰ ਵਾਲੇ ਆ ਉਹ ਧਰਤੀ ਹੇਠਲੇ ਬੌਲਦ ਦੇ ਬਰਾਬਰ ਹੈ, ਜਿਸ ਨੇ ਹੌਸਲੇ ਨਾਲ ਧਰਤੀ ਦੇ ਬੋਝ ਨੂੰ ਆਪਣੇ ਮੋਢਿਆਂ ਦੇ ਉੱਪਰ ਚੱਕਿਆ ਹੋਇਆ ਹੈ। ਠੀਕ ਹੈ, ਸੋ ਹੁਣ ਆਪਾਂ ਬੇਟਾ ਇਹਦੀ ਕੁਐਸਚਨ ਆਨਸਰਸ ਦੀ ਗੱਲ ਕਰਦੇ ਹਾਂ। ਪਹਿਲਾ ਪੈਰਾਗ੍ਰਾਫ ਜਿਹੜਾ ਇਹਦਾ ਹੈ ਉਹ 27 ਪੇਜ ਨੰਬਰ 'ਤੇ ਦੇਖੋ ਬੇਟੇ ਆਲਰੇਡੀ ਸੋਲਵਡ ਹੈ, ਉਹਦੇ ਆਨਸਰਸ ਦਿੱਤੇ ਹੋਇਆ। ਸੋ ਅੱਜ ਆਪਾਂ ਜਿਹੜਾ ਹੈ ਉਹ ਦੂਸਰੇ ਪੈਰਾਗ੍ਰਾਫ ਤੋਂ ਸਟਾਰਟ ਕਰਾਂਗੇ, ਪੇਜ ਨੰਬਰ 28 ਦੇ ਉੱਪਰ। ਬਾਦਸ਼ਾਹ ਸਾਰਾ ਇਲਾਕਾ ਤਰਾਸ ਪਿਆ ਕਰਦਾ ਹੈ ਤੇ ਤੁਸੀਂ ਉਹਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਰ ਗਿਆ। ਚਿੱਠੀ ਆਇਆ ਤਾਂ ਅੱਜ 15 ਦਿਨ ਹੋ ਗਏ ਨੇ। ਜਦੋਂ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਦਾ ਪਤਾ ਲੱਗਦਾ ਹੈ ਤਾਂ ਉਸ 'ਤੇ ਕੀ ਅਸਰ ਹੁੰਦਾ ਹੈ। ਸੋ ਬੇਟਾ ਇਹਦਾ ਆਨਸਰ ਤੁਹਾਡੀ ਜਿਹੜੀ ਨਾ ਬੁੱਕ ਹੈਗੀ ਕਥਾ ਸਮੇਤ ਨਾ, ਉਹ 'ਚ ਬੜਾ ਹੀ ਅੱਛਾ ਆਨਸਰ ਬਣਾ ਕੇ ਉਹਨਾਂ ਨੇ ਆਲਰੇਡੀ ਦਿੱਤਾ ਹੋਇਆ ਆ ਕਿ ਇੱਕ ਤਾਂ ਤੁਸੀਂ ਲਿਖਣਾ ਆ ਕਿ ਕਰਮ ਸਿੰਘ ਦੀ ਮੌਤ ਦਾ ਮਾਨ ਸਿੰਘ ਨੂੰ ਬਹੁਤ ਦੁੱਖ ਹੋਇਆ ਸੀ, ਪਰ ਜਿਹੜਾ ਹੈ ਸਪੈਸੀਫਿਕਲੀ ਤੁਸੀਂ ਇਹਦੇ 'ਚ ਕੀ ਲਿਖ ਸਕਦੇ ਹੋ ਕਿ ਜਦੋਂ ਕਰਮ ਸਿੰਘ ਦੀ ਮੌਤ ਦਾ ਪਤਾ ਮਾਨ ਸਿੰਘ ਨੂੰ ਲੱਗਾ ਤਾਂ ਮਾਨ ਸਿੰਘ ਦਾ ਜਿਹੜਾ ਸਾਹ ਸੀ ਉਹ ਕਾਲਾ ਜਿਹਾ ਆਇਆ, ਮਤਲਬ ਉਹਨੂੰ ਜਿਹੜਾ ਸੀ ਉਹਨੂੰ ਕਾਲਾ ਆਉਣ ਲੱਗ ਪਿਆ। ਉਹਦਾ ਜਿਹੜਾ ਸਿਰ ਤੇ ਨੱਕ ਦੇ ਉਤਲੇ ਹਿੱਸੇ ਦੀ ਮੁੱਠ ਜਿਹੀ ਮਿਟ ਗਈ, ਭਾਵ ਦੁੱਖ ਦੇ ਕਾਰਨ ਉਹਦਾ ਸਾਰਾ ਸਰੀਰ ਕੀ ਹੋ ਰਿਹਾ ਸੀ, ਇਕੱਠਾ ਜਿਹਾ ਹੋ ਰਿਹਾ ਸੀ। ਫਿਰ ਅੱਖਾਂ ਰਾਹੀਂ ਪਾਣੀ ਨੁਚੜਨ ਲੱਗਾ, ਭਾਵ ਉਹਦੀਆਂ ਅੱਖਾਂ ਜਿਹੜੀਆਂ ਸੀ ਉਹ ਕਾਹਦੇ ਨਾਲ ਭਰ ਗਈਆਂ, ਆਂਸੂਆਂ ਦੇ ਨਾਲ ਭਰ ਗਈਆਂ। ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਤੇ ਉਹਦਾ ਨਿੱਕਾ ਜਿਹਾ ਮੁੰਡਾ ਉਹਨੂੰ ਰੋਣ ਦੇ ਵਿੱਚ ਮਦਦ ਦੇ ਰਹੇ ਸੀ, ਭਾਵ ਕਿ ਜਿਸ ਤਰ੍ਹਾਂ ਅਸੀਂ ਗਲੇ ਲੱਗ ਕੇ ਰੋਂਦੇ ਹਾਂ, ਆਪਣੇ ਮਨ ਦਾ ਬੋਝ ਹਲਕਾ ਕਰਦੇ ਨਾ, ਉਸੇ ਤਰ੍ਹਾਂ ਹੀ ਜਦੋਂ ਮਾਨ ਸਿੰਘ ਨੂੰ ਪਤਾ ਲੱਗ ਗਿਆ ਕਿ ਉਹਦਾ ਜਿਹੜਾ ਦੋਸਤ ਹੈ ਕਰਮ ਸਿੰਘ ਉਹ ਦੇਸ਼ ਦੇ ਲਈ ਸ਼ਹੀਦ ਹੋ ਗਿਆ ਆ, ਤਾਂ ਉਹਦਾ ਸਾਹ ਕਾਲਾ ਆਉਣ ਲੱਗ ਪਿਆ, ਉਹਦਾ ਸਰੀਰ ਇਕੱਠਾ ਹੋ ਰਿਹਾ ਸੀ, ਅੱਖਾਂ ਉਹਦੀਆਂ ਆਂਸੂਆਂ ਨਾਲ ਭਰ ਗਈਆਂ। ਤੇ ਉਸ ਸਮੇਂ ਜਿਹੜਾ ਹੈ ਕਰਮ ਸਿੰਘ ਦਾ ਬਾਪੂ ਤੇ ਉਹਦਾ ਜਿਹੜਾ ਛੋਟਾ ਜਿਹਾ ਮੁੰਡਾ ਹੈ ਉਹਨੂੰ ਗਲ ਲਗਾ ਕੇ ਰੋਣ ਦੇ ਵਿੱਚ ਸਹਾਇਤਾ ਦੇ ਰਹੇ ਸੀ। ਔਰ ਇਸ ਤੋਂ ਬਾਅਦ ਤੁਸੀਂ ਇਹ ਵੀ ਲਿਖਣਾ ਆ ਕਿ 8 ਪੈਰਾਂ ਦਾ ਜਿਹੜਾ ਸੀ
ਉਹਨਾਂ ਦਾ ਦਬਾਅ ਢਿੱਲਾ ਹੋਇਆ ਤੇ ਅਥਰੂ ਵਗ ਤੁਰੇ। ਦੋਵੇਂ ਢੇਰ ਚਿਰ ਕੋਲ ਬੈਠੋ ਆਪੋ ਆਪਣੇ ਨੂੰ ਹੌਲਾ ਕਰਦੇ ਰਹੇ। ਭਾਵ ਕਿ ਜਦੋਂ ਬਾਬੇ ਨੂੰ ਇਹ ਪਤਾ ਲੱਗ ਗਿਆ ਕਿ ਮਾਨ ਸਿੰਘ ਦੇ ਅੱਗੇ ਕਰਮ ਸਿੰਘ ਦੀ ਮੌਤ ਦਾ ਭੇਤ ਖੁੱਲ੍ਹ ਗਿਆ ਆ, ਤਾਂ ਉਹ ਫਿਰ ਕਿੰਨੀ ਦੇਰ ਆਪਸ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਰਹੇ। ਅੱਖਾਂ ਜਿਹੜੀਆਂ ਸੀ ਉਹਨਾਂ ਦੀਆਂ ਅਥਰੂਆਂ ਦੇ ਨਾਲ ਭਰੀਆਂ ਰਹੀਆਂ ਤੇ ਉਹ ਕਿੰਨੀ ਦੇਰ ਜਿਹੜੇ ਸੀ ਆਪਣੇ ਮਨ ਨੂੰ ਰੋ ਕੇ ਹਲਕਾ ਕਰਦੇ ਰਹੇ। ਸੋ ਇਹ ਸਾਰੀ ਜਿਹੜੀ ਹੈ ਤੁਸੀਂ ਬੇਟਾ ਇਸ ਆਨਸਰ ਦੇ ਵਿੱਚ ਲਿਖ ਸਕਦੇ ਹੋ ਕਿ ਮਾਨ ਸਿੰਘ ਦੇ ਉੱਪਰ ਕੀ ਅਸਰ ਹੋਇਆ ਸੀ। ਸੈਕਿੰਡ ਹੈ, ਕਰਮ ਸਿੰਘ ਦੀ ਮੌਤ ਨਾਲ ਸਾਰਾ ਇਲਾਕਾ ਤਰਾਸ ਕਿਉਂ ਕਰਦਾ ਸੀ? ਤਰਾਸ ਮਤਲਬ ਕਿਉਂ ਦੁਖੀ ਸੀ? ਪਹਿਲੀ ਗੱਲ ਤਾਂ ਇਹ ਹੈ ਕਿ ਕਰਮ ਸਿੰਘ ਜਿਹੜਾ ਹੈ ਨਾ, ਉਹ ਆਪਣੇ ਪਿੰਡ ਦਾ ਜਿਹੜਾ ਹੈ ਸਭ ਤੋਂ ਹਰਮਨ ਪਿਆਰਾ ਫੌਜੀ ਸੀ। ਕਿਉਂਕਿ ਕਰਮ ਸਿੰਘ ਜਦੋਂ ਵੀ ਪਿੰਡ ਆਉਂਦਾ ਸੀ ਨਾ, ਤਾਂ ਪਿੰਡ ਦੇ ਵਿੱਚ ਕੀ ਲੱਗ ਜਾਂਦੀਆਂ ਸੀ? ਰੌਣਕਾਂ ਲੱਗ ਜਾਂਦੀਆਂ ਸੀ। ਆਮ ਕਰਕੇ ਤੁਸੀਂ ਜਿਹੜਾ ਹੈ ਇਹਦਾ ਆਨਸਰ ਬੇਟਾ ਇੱਥੋਂ ਬਣਾ ਸਕਦੇ ਆ ਕਿ ਜਦੋਂ ਵੀ ਕਰਮ ਸਿੰਘ ਦੇ ਪਿੰਡ ਦੇ ਹੋਰ ਮੁੰਡੇ ਆਉਂਦੇ ਸੀ ਨਾ, ਇਸ ਪੈਰਾਗ੍ਰਾਫ 'ਚੋਂ ਇਹਦਾ ਆਨਸਰ ਬਣਾਉਣਾ ਆ ਕਿ ਹੋਰ ਜਦੋਂ ਵੀ ਕੋਈ ਮੁੰਡੇ ਆਉਂਦੇ ਸੀ ਨਾ ਪਿੰਡ ਦੇ ਵਿੱਚ, ਤਾਂ ਉਹਨਾਂ ਦੀ ਗੱਲ ਸਿਰਫ ਵਾਹਿਗੁਰੂ ਜੀ ਕੀ ਫਤਿਹ ਤੱਕ ਹੀ ਜਿਹੜੀ ਆ ਅੱਗੇ ਵੱਧਦੀ ਸੀ। ਪਰ ਜਦੋਂ ਕਰਮ ਸਿੰਘ ਆਉਂਦਾ ਸੀ ਨਾ ਪਿੰਡ, ਤਾਂ ਲੋਕ ਉਹਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ ਅੱਧੀ ਰਾਤ ਤੱਕ ਬੈਠੇ ਰਹਿੰਦੇ ਸੀ। ਦਾਣੇ ਭੁੰਨਣ ਵਾਲੀ ਭੱਠੀ ਦੇ ਦੁਆਲੇ ਜਿਹੜੀਆਂ ਉਹਦੀਆਂ ਗੱਲਾਂ ਬਾਤਾਂ ਸੁਣਦੇ ਰਹਿੰਦੇ ਸੀ। ਫਿਰ ਖੂਹ ਦੇ ਦੁਆਲੇ ਇਕੱਠੇ ਹੋ ਜਾਂਦੇ ਸੀ ਉਹਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ। ਕਿਉਂਕਿ ਉਹਦਾ ਜਿਹੜਾ ਹੈ ਗੱਲਾਂ ਬਾਤਾਂ ਕਰਨ ਦਾ ਬਹੁਤ ਸ਼ੌਕੀਨ ਸੀ। ਪਿੰਡ ਵਾਲਿਆਂ ਦੇ ਨਾਲ ਉਹਦਾ ਖਾਸ ਪਿਆਰ ਸੀ। ਜਦੋਂ ਵੀ ਉਹ ਪਿੰਡ ਆਉਂਦਾ ਸੀ ਨਾ, ਤਾਂ ਰੌਣਕਾਂ ਲਾ ਦਿੰਦਾ ਸੀ। ਇਸ ਕਰਕੇ ਜਦੋਂ ਉਹਦੀ ਮੌਤ ਦਾ ਭੇਦ ਪਿੰਡ ਵਾਲਿਆਂ ਦੇ ਅੱਗੇ ਖੁੱਲ੍ਹਿਆ, ਤਾਂ ਸਮਝੋ ਸਾਰਾ ਇਲਾਕਾ ਹੀ ਜਿਹੜਾ ਹੈ ਉਹ ਦੁਖੀ ਸੀ। ਇਸ ਕਰਕੇ ਕਿ ਉਹਨਾਂ ਦਾ ਜਿਹੜਾ ਪਿਆਰਾ ਫੌਜੀ ਹੈ ਹੁਣ ਉਹਨਾਂ ਨੂੰ ਛੱਡ ਕੇ ਚਲਾ ਗਿਆ ਆ। ਇਸ ਕਰਕੇ ਜਿਹੜਾ ਹੈ ਕਰਮ ਸਿੰਘ ਦੀ ਮੌਤ 'ਤੇ ਸਾਰਾ ਇਲਾਕਾ ਤਰਾਸ ਕਰ ਰਿਹਾ ਸੀ। ਤੀਸਰਾ ਕੁਐਸਚਨ ਹੈ, ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਦਾ ਪਤਾ ਕਿਉਂ ਨਾ ਲੱਗਾ? ਬੇਟਾ ਇਹਦਾ ਤੁਸੀਂ ਸਭ ਤੋਂ ਪਹਿਲਾ ਰੀਜ਼ਨ ਇਹ ਲਿਖਣਾ ਆ ਕਿ ਮਾਨ ਸਿੰਘ ਛੁੱਟੀ 'ਤੇ ਆਇਆ ਹੋਇਆ ਫੌਜੀ ਸੀ, ਕਿਉਂਕਿ ਕਰਮ ਸਿੰਘ ਦੀ ਮੌਤ ਉਹਦੇ ਛੁੱਟੀ ਆਉਣ ਤੋਂ ਬਾਅਦ ਹੋਈ ਸੀ। ਇਸ ਕਰਕੇ ਉਹਨੂੰ ਨਹੀਂ ਪਤਾ ਲੱਗਾ ਸੀ ਕਿ ਉਹਦਾ ਪਿਆਰਾ ਦੋਸਤ ਜਿਗਰੀ ਯਾਰ ਜਿਹੜਾ ਹੈ ਉਹ ਫੌਜ ਦੇ ਵਿੱਚ ਸ਼ਹੀਦ ਹੋ ਗਿਆ ਆ। ਠੀਕ ਹੈ, ਪਹਿਲਾ ਕਾਰਨ। ਦੂਸਰਾ ਕਾਰਨ ਇਹ ਲਿਖਣਾ ਆ ਕਿ ਜਦੋਂ ਮਾਨ ਸਿੰਘ ਕਰਮ ਸਿੰਘ ਦੇ ਘਰ ਜਾਂਦਾ ਆ, ਉਹਦੀਆਂ ਗੱਲਾਂ ਬਾਤਾਂ ਕਰਨਾ ਚਾਹੁੰਦਾ ਆ, ਤਾਂ ਉਹਦੇ ਘਰਦਿਆਂ ਨੇ ਮਾਨ ਸਿੰਘ ਦੇ ਅੱਗੇ ਇਹ ਭੇਦ ਜ਼ਾਹਰ ਨਹੀਂ ਕੀਤਾ ਸੀ ਕਿ ਕਰਮ ਸਿੰਘ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਆ, ਕਿਉਂਕਿ ਉਹਨਾਂ ਨੇ ਇਹ ਸੋਚਿਆ ਸੀ ਕਿ ਜਿਹੜਾ ਫੌਜੀ ਹੈ ਉਹਦੀਆਂ ਛੁੱਟੀਆਂ ਬਹੁਤ ਪਿਆਰੀਆਂ ਹੁੰਦੀਆਂ ਹੈ। ਇਸ ਕਰਕੇ ਉਹਦੇ ਘਰ ਦੇ ਉਹਦੀ ਛੁੱਟੀ ਖਰਾਬ ਨਹੀਂ ਸੀ ਕਰਨਾ ਚਾਹੁੰਦੇ। ਉਹਨਾਂ ਨੇ ਇਹ ਸੋਚਿਆ ਸੀ ਕਿ ਜਦੋਂ ਉਹ ਮਾਨ ਸਿੰਘ ਵਾਪਸ ਜਾਏਗਾ ਪਲਟਨ ਦੇ ਵਿੱਚ, ਤੇ ਉਹਨੂੰ ਆਪੇ ਪਤਾ ਲੱਗੇਗਾ। ਇਸ ਕਰਕੇ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਦਾ ਭੇਤ ਨਹੀਂ ਪਤਾ ਲੱਗਾ ਸੀ। ਦੋਨੋਂ ਕਾਰਨ ਲਿਖਣੇ। ਠੀਕ ਹੈ। ਚੌਥਾ ਕੁਐਸਚਨ ਹੈ, ਕਰਮ ਸਿੰਘ ਦੇ ਘਰ ਵਾਲਿਆਂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੀ ਮੌਤ ਦਾ ਲੁਕੋ ਕਿਉਂ ਰੱਖਿਆ? ਇਹ 'ਚ ਤੁਸੀਂ ਬੇਟੇ ਸਪੈਸ਼ਲ ਆਨਸਰ ਲਿਖਣਾ ਆ ਕਿ ਕਰਮ ਸਿੰਘ ਦੇ ਘਰ ਵਾਲੇ ਜਿਹੜੇ ਆ ਉਹ ਫੌਜੀ ਦੀਆਂ ਭਾਵਨਾਵਾਂ ਨੂੰ ਸਮਝਦੇ ਸੀ, ਕਿਉਂਕਿ ਉਹਨਾਂ ਦਾ ਖੁਦ ਦਾ ਪੁੱਤਰ ਜਿਹੜਾ ਹੈ ਉਹ ਫੌਜੀ ਸੀ, ਫੌਜ ਦੇ ਵਿੱਚ ਸੀ, ਹੌਲਦਾਰ ਸੀ। ਉਹਨਾਂ ਨੂੰ ਫੌਜੀਆਂ ਦੀਆਂ ਭਾਵਨਾਵਾਂ ਦਾ ਪਤਾ ਸੀ ਕਿ ਜਿਹੜੇ ਫੌਜੀ ਆ ਉਹ ਕਦੀ ਕਦਾਈ ਘਰ ਆਉਂਦੇ ਆ, ਉਹਨਾਂ ਨੂੰ ਜਲਦੀ ਕਿਤੇ ਛੁੱਟੀ ਨਹੀਂ ਮਿਲਦੀ, ਔਰ ਫੌਜੀਆਂ ਨੂੰ ਛੁੱਟੀ ਜਿਹੜੀ ਆ ਬਹੁਤ ਪਿਆਰੀ ਹੁੰਦੀ ਹੈ। ਇਸ ਕਰਕੇ ਜਿਹੜੇ ਕਰਮ ਸਿੰਘ ਦੇ ਘਰ ਵਾਲੇ ਆ ਉਹ ਮਾਨ ਸਿੰਘ ਨੂੰ ਉਹਦੀ ਮੌਤ ਦਾ ਭੇਦ ਦੇ ਕੇ ਦੁਖੀ ਨਹੀਂ ਕਰਨਾ ਚਾਹੁੰਦੇ ਸੀ। ਉਹ ਨਹੀਂ ਸੀ ਚਾਹੁੰਦੇ ਕਿ ਮਾਨ ਸਿੰਘ ਦੀ ਛੁੱਟੀ ਖਰਾਬ ਹੋਵੇ। ਇਸ ਕਰਕੇ ਉਹਨਾਂ ਨੇ ਕਰਮ ਸਿੰਘ ਦੀ ਮੌਤ ਦਾ ਭੇਦ ਮਾਨ ਸਿੰਘ ਕੋਲ ਲੁਕੋਇਆ ਸੀ। ਉਹਨਾਂ ਨੇ ਇਹ ਸੋਚਿਆ ਸੀ ਕਿ ਜਦੋਂ ਮਾਨ ਸਿੰਘ ਜਾਏਗਾ ਤੇ ਉਹਨੂੰ ਆਪਣੇ ਆਪ ਹੀ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਉਹਦਾ ਜਿਗਰੀ ਯਾਰ ਉਹਨੂੰ ਛੱਡ ਕੇ ਜਾ ਚੁੱਕਾ ਆ। ਠੀਕ ਹੈ। ਨੈਕਸਟ ਬੇਟੇ ਦੇਖੋ ਪੈਰਾਗ੍ਰਾਫ ਨੰਬਰ 3, ਓਏ ਆਪਣੇ ਬਾਪੂ ਕੋਲ ਚੱਲਣਾ ਈ, ਜਾਣਾ ਈ ਤਾਂ ਚੱਲ ਮੇਰੇ ਨਾਲ, ਬੜਾ ਮੀਂਹ ਪੈਂਦਾ ਪਾਣੀ ਵਿੱਚ ਤੁਰਿਆ ਫਿਰ। ਇਹਦਾ ਬੇਟੇ ਪਹਿਲਾ ਕੁਐਸਚਨ ਹੈ ਤੁਹਾਡੀ ਬੁੱਕ ਦੇ ਵਿੱਚ, ਇਹ ਸ਼ਬਦ ਕਿਸ ਨੇ ਕਿਸ ਨੂੰ ਕਦੋਂ ਕਹੇ? ਠੀਕ ਹੈ। ਇਹ ਸ਼ਬਦ ਕਹੇ ਆ ਮਾਨ ਸਿੰਘ ਨੇ। ਕਹੇ ਕਿਹਨੂੰ ਆ? ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ। ਕਦੋਂ ਕਹੇ ਆ? ਜਦੋਂ ਬੇਟੇ ਮਾਨ ਸਿੰਘ ਦੇ ਲਈ ਰੋਟੀ ਆਈ ਸੀ। ਰੋਟੀ ਦੇ ਵਿੱਚ ਕਾਫੀ ਖਾਤਰਦਾਰੀ ਕੀਤੀ ਗਈ ਸੀ, ਪਰ ਘਰ ਦਾ ਕੋਈ ਵੀ ਬੰਦਾ ਮਾਨ ਸਿੰਘ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਨਹੀਂ ਸੀ। ਮਾਨ ਸਿੰਘ ਨੇ ਕੋਸ਼ਿਸ਼ ਵੀ ਕੀਤੀ ਸੀ 1-2 ਵਾਰ ਕਰਮ ਸਿੰਘ ਦੀ ਗੱਲ ਕਰਨ ਲਈ, ਪਰ ਘਰ ਦੇ ਕਿਸੇ ਬੰਦੇ ਨੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਉਸ ਸਮੇਂ ਕਰਮ ਸਿੰਘ ਦਾ ਛੋਟਾ ਜਿਹਾ ਮੁੰਡਾ ਖੇਡਦਾ ਹੋਇਆ ਜਦੋਂ ਆਇਆ, ਤਾਂ ਉਸ ਸਮੇਂ ਉਹਨੇ ਕਰਮ ਸਿੰਘ ਦੀ ਗੱਲ ਸ਼ੁਰੂ ਕਰਨ ਦੇ ਲਈ ਇਹ ਸ਼ਬਦ ਉਹਨੂੰ ਆਖੇ ਸੀ, ਤਾਂ ਕਿ ਉਹ ਉਹਦੇ ਬਾਪੂ ਦੀਆਂ ਗੱਲਾਂ ਕਰ ਸਕੇ। ਠੀਕ ਹੈ।
ਸੈਕਿੰਡ, ਵਾਰਤਾਲਾਪ ਕਰਨ ਵਾਲਾ ਕਿਸ ਨੂੰ ਉਸਦੇ ਬਾਪੂ ਕੋਲ ਚੱਲਣ ਲਈ ਕਹਿੰਦਾ ਹੈ ਤੇ ਕਿਉਂ। ਹੁਣ ਇਹਦੇ ਵਿੱਚ ਵਾਰਤਾਲਾਪ ਕਰਨ ਵਾਲਾ ਕੌਣ ਹੈ? ਮਾਨ ਸਿੰਘ। ਕਿਹਨੂੰ ਚੱਲਣ ਲਈ ਕਹਿੰਦਾ ਆ? ਕਰਮ ਸਿੰਘ ਦੇ ਮੁੰਡੇ ਨੂੰ। ਕਿਹਦੇ ਕੋਲ? ਕਰਮ ਸਿੰਘ ਕੋਲ। ਕਰਮ ਸਿੰਘ ਉਹਦਾ ਬਾਪੂ ਸੀ ਨਾ, ਉਹਦੇ ਕੋਲ ਚੱਲਣ ਲਈ ਕਹਿੰਦਾ ਆ। ਕਿਉਂ? ਕਿਉਂਕਿ ਆਮ ਕਰਕੇ ਬੇਟਾ ਬੱਚਿਆਂ ਦਾ ਮੀਂਹ ਦੇ ਨਾਲ ਬਹੁਤ ਮੋਹ ਹੁੰਦਾ ਆ, ਬੱਚਿਆਂ ਨੂੰ ਮੀਂਹ ਦੇ ਵਿੱਚ ਖੇਡਣਾ ਪਸੰਦ ਹੁੰਦਾ। ਇਸ ਕਰਕੇ ਉਹਨੇ ਕੀ ਸੋਚਿਆ ਸੀ ਮਾਨ ਸਿੰਘ ਨੇ ਕਿ ਚਲੋ ਇੱਕ ਤਾਂ ਉਹਨੇ ਆਪਣੀ ਜਿਹੜੀ ਆ ਉਹਦੇ ਨਾਲ ਗੱਲਬਾਤ ਕਰਨ ਲਈ ਵੀ ਚੱਲ ਜੇਕਰ ਘਰ ਦਾ ਕੋਈ ਹੋਰ ਬੰਦਾ ਉਹਦੇ ਨਾਲ ਗੱਲਬਾਤ ਨਹੀਂ ਕਰ ਰਿਹਾ ਤਾਂ ਉਹਦੇ ਬੱਚੇ ਨਾਲ ਹੀ ਗੱਲਬਾਤ ਕੀਤੀ ਜਾਵੇ, ਇਸ ਕਰਕੇ ਉਹਨੇ ਗੱਲ ਛੇੜੀ ਸੀ। ਪਹਿਲਾ ਰੀਜ਼ਨ ਹੋ ਗਿਆ। ਦੂਸਰਾ, ਉਹਨੂੰ ਇਹ ਸੀ ਵੀ ਜੇ ਉਹਦੇ ਨਾਲ ਜਾਏਗਾ ਤਾਂ ਉਹ ਮੀਂਹ ਦੇ ਵਿੱਚ ਖੇਡੇਗਾ, ਕਿਉਂਕਿ ਮੀਂਹ ਨਾਲ ਬੱਚਿਆਂ ਨੂੰ ਮੋਹ ਹੁੰਦਾ ਹੈ। ਦੂਸਰਾ। ਤੀਸਰਾ ਇਹ ਸੀ ਕਿ ਜੇਕਰ ਉਹ ਫੌਜ ਦੇ ਵਿੱਚ ਜਾਏਗਾ ਤੇ ਉਹ ਆਪਣੇ ਬਾਪੂ ਨੂੰ ਵੀ ਮਿਲ ਲਏਗਾ। ਠੀਕ ਹੈ, ਸੋ ਇਸ ਕਰਕੇ ਇਹ ਸ਼ਬਦ ਜਿਹੜੇ ਸੀ ਮਾਨ ਸਿੰਘ ਨੇ ਆਖੇ ਸੀ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ, ਤਾਂ ਕਿ ਉਹ ਆਪਣੇ ਬਾਪੂ ਕੋਲ ਚੱਲੇ, ਉਹਨੂੰ ਮਿਲ ਲਵੇ, ਮੀਂਹ ਦੇ ਵਿੱਚ ਖੇਡੇ ਤੇ ਨਾਲੇ ਉਹ ਉਹਦੀਆਂ ਗੱਲਾਂ ਜਿਹੜੀਆਂ ਆ ਕਰਮ ਸਿੰਘ ਦੀਆਂ ਕਰਨਾ ਚਾਹੁੰਦਾ ਸੀ। ਥਰਡ ਹੈ, ਉਪਰੋਕਤ ਸ਼ਬਦਾਂ ਦਾ ਪਰਿਵਾਰ ਤੇ ਕੀ ਅਸਰ ਹੁੰਦਾ ਹੈ। ਹੁਣ ਇਹਦਾ ਜਿਹੜਾ ਹੈ ਤੁਸੀਂ ਦੱਸਣਾ ਹੈ ਕਿ ਉਪਰੋਕਤ ਸ਼ਬਦਾਂ ਦਾ ਜਿਹੜਾ ਆ ਪਰਿਵਾਰ ਦੇ ਉੱਪਰ ਗਹਿਰਾ ਅਸਰ ਹੁੰਦਾ ਆ, ਕਿਉਂਕਿ ਜਿਹੜੇ ਪਰਿਵਾਰ ਵਾਲੇ ਆ ਉਹ ਦੁਖੀ ਤਾਂ ਪਹਿਲਾਂ ਹੀ ਸੀ, ਉਹ ਪਹਿਲਾਂ ਹੀ ਬੜੇ ਪਰੇਸ਼ਾਨ ਸੀ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਆ। ਪਰ ਜਦੋਂ ਕਰਮ ਸਿੰਘ ਦੇ ਮੁੰਡੇ ਨੂੰ ਨਾਲ ਲਿਜਾਣ ਦੀ ਗੱਲ ਕੀਤੀ ਹੈ ਨਾ, ਤਾਂ ਇਹ ਗੱਲ ਸੁਣ ਕੇ ਜਿਹੜਾ ਬਾਬਾ ਹੈ ਨਾ ਉਹ ਹੋਰ ਗੁੱਸੇ ਦੇ ਵਿੱਚ ਆ ਜਾਂਦਾ ਆ, ਤੇ ਉਹ ਗੁੱਸੇ ਦੇ ਵਿੱਚ ਜਿਹੜਾ ਹੈ ਬੇਬੇ ਨੂੰ ਕਹਿੰਦਾ ਆ ਕਿ ਰੋਟੀ ਖਾਣ ਦਿਆ ਕਰੋ ਕਮ ਸੇ ਕਮ, ਤੇ ਮੁੰਡੇ ਨੂੰ ਚੱਕ ਕੇ ਜਿਹੜਾ ਹੈ ਉਹ ਅੰਦਰ ਭੇਜ ਦਿੰਦਾ ਆ। ਉਹਨੂੰ ਇਸ ਤਰ੍ਹਾਂ ਲੱਗਦਾ ਆ ਕਿ ਜਿਹੜਾ ਹੈ ਉਹਨਾਂ ਦੀ ਦੁੱਖ ਦੀ ਰਗ ਨੂੰ ਕਿਸੇ ਨੇ ਛੇੜ ਦਿੱਤਾ ਹੈ, ਕਿਉਂਕਿ ਹੁਣ ਇੱਕੋ ਹੀ ਤਾਂ ਉਹਨਾਂ ਦਾ ਸਹਾਰਾ ਸੀ ਕਰਮ ਸਿੰਘ ਦਾ ਛੋਟਾ ਜਿਹਾ ਮੁੰਡਾ। ਬੇਟੇ ਜਿਹੜਾ ਇਹ ਕੁਐਸਚਨ ਹੈ ਨਾ, ਇਹਦੇ ਨਾਲ ਇੱਕ ਅਟੈਚਡ ਕੁਐਸਚਨ ਆਉਂਦਾ ਹੁੰਦਾ ਸੇਮ ਟੂ ਸੇਮ ਇਹਦੇ ਨਾਲ ਜੋੜ ਕੇ ਹੀ, ਕਿ ਇਹ ਜਿਹੜੀ ਗੱਲ ਹੈ ਨਾ ਉਹ ਬਾਪੂ ਨੂੰ ਸੂਲ ਵਾਂਗ ਕਿਉਂ ਚੁੱਭੀ ਸੀ। ਜਿਹੜੀ ਨਾਲ ਲਿਜਾਣ ਵਾਲੀ ਗੱਲ ਸੀਗੀ ਨਾ, ਬੱਚੇ ਨੂੰ, ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਨਾਲ ਲਿਜਾਣ ਦੀ ਗੱਲ ਸੀ, ਉਹ ਬਾਬੇ ਨੂੰ ਸੂਲ ਵਾਂਗ ਕਿਉਂ ਚੁੱਭੀ ਸੀ। ਉਹ 'ਚ ਤਕਰੀਬਨ ਇਹੀ ਗੱਲ ਆ ਜਾਣੀ ਹੈ ਕਿ ਉਹ ਸੂਲ ਵਾਂਗ ਇਸ ਕਰਕੇ ਚੁੱਭੀ ਸੀ ਗੱਲ, ਕਿਉਂਕਿ ਜਿਹੜਾ ਹੈ ਬਾਬਾ ਕਰਮ ਸਿੰਘ ਨੂੰ ਤਾਂ ਪਹਿਲਾਂ ਹੀ ਗਵਾ ਚੁੱਕਾ ਸੀ, ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕਾ ਸੀ। ਔਰ ਅੱਗੋਂ ਜਿਹੜਾ ਹੈ ਉਹਦੇ ਮੁੰਡੇ ਨੂੰ ਨਾਲ ਜਦੋਂ ਲਿਜਾਣ ਦੀ ਗੱਲ ਕਰਦਾ ਹੈ ਨਾ, ਇਹ ਕਹਿੰਦਾ ਆ ਕਿ ਤੂੰ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਹੀ ਤਾਂ ਚੱਲ, ਤਾਂ ਇਹ ਜਿਹੜੀ ਗੱਲ ਹੈ ਨਾ ਉਹ ਉਹਨੂੰ ਸੂਲ ਵਾਂਗ ਚੁੱਭਦੀ ਆ। ਕਿਉਂ ਚੁੱਭਦੀ ਆ? ਕਿਉਂਕਿ ਉਹਨੂੰ ਇਸ ਤਰ੍ਹਾਂ ਲੱਗਦਾ ਬਾਬੇ ਨੂੰ ਕਿ ਉਹਦੀ ਦੁੱਖ ਦੀ ਰਗ ਨੂੰ ਕਿਸੇ ਨੇ ਛੇੜ ਦਿੱਤਾ ਆ। ਜਿਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਬੇਟਾ ਲਿਖ ਸਕਦੇ ਆ ਕਿ ਇਹਦੇ ਵਿੱਚ ਜਿਹੜਾ ਕਿ ਇਹ ਗੱਲ ਜਿਹੜੀ ਹੈ ਮਾਨ ਸਿੰਘ ਦੇ ਬਾਪੂ ਨੂੰ, ਜਿੱਦਾਂ ਮੈਂ ਲਿਖਿਆ ਹੋਇਆ ਆ ਕਿ ਉਹਦਾ ਜਿਹੜਾ ਪੁੱਤਰ ਹੈ ਨਾ, ਕਿਹਦਾ ਪੁੱਤਰ? ਕਰਮ ਸਿੰਘ ਦਾ ਜਿਹੜਾ ਪੁੱਤਰ ਹੈ ਨਾ ਉਹ ਉਹਨੂੰ ਅੰਤਿਮ ਨਿਸ਼ਾਨੀ ਵਜੋਂ ਬਚਿਆ ਸੀ, ਕਿਉਂਕਿ ਪੁੱਤਰ ਤਾਂ ਪਹਿਲਾਂ ਹੀ ਜਾ ਚੁੱਕਾ ਸੀ ਬਾਬੇ ਦਾ, ਕਰਮ ਸਿੰਘ ਤਾਂ ਪਹਿਲਾਂ ਹੀ ਸ਼ਹੀਦ ਹੋ ਚੁੱਕਾ ਸੀ। ਉਹਦਾ ਜਿਹੜਾ ਛੋਟਾ ਜਿਹਾ ਪੁੱਤਰ ਸੀ ਉਹ ਬਾਬੇ ਕੋਲ ਅੰਤਿਮ ਨਿਸ਼ਾਨੀ ਵਜੋਂ ਬਚਿਆ ਸੀ। ਔਰ ਜਦੋਂ ਕਰਮ ਸਿੰਘ ਦੇ ਮੁੰਡੇ ਨੂੰ ਨਾਲ ਲਿਜਾਣ ਦੀ ਗੱਲ ਛੇੜਦਾ ਹੈ ਨਾ ਮਾਨ ਸਿੰਘ, ਤਾਂ ਬਾਬੇ ਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਉਹਦੀ ਦੁੱਖ ਦੀ ਰਗ ਨੂੰ ਕਿਸੇ ਨੇ ਛੇੜ ਦਿੱਤਾ ਹੋਵੇ, ਜਾਂ ਉਹਨੂੰ ਅੰਦਰੋਂ ਕਿਸੇ ਨੇ ਹੋਰ ਦੁਖੀ ਕਰ ਦਿੱਤਾ ਹੋਵੇ, ਕਿਉਂਕਿ ਉਹ ਆਪਣੇ ਪੁੱਤਰ ਨੂੰ ਤਾਂ ਪਹਿਲਾਂ ਹੀ ਗਵਾ ਚੁੱਕਾ ਸੀ। ਇਸ ਕਰਕੇ ਅੱਗੋਂ ਜਿਹੜਾ ਹੈ ਉਹਨੂੰ ਆਪਣੇ ਪੁੱਤਰ ਨੂੰ, ਉਹਦੇ ਕਰਮ ਸਿੰਘ ਦੇ ਪੁੱਤਰ ਨੂੰ ਭੇਜਣਾ ਮਾਨੋ ਇਸ ਤਰ੍ਹਾਂ ਉਹਨੂੰ ਲੱਗਾ ਜਿਵੇਂ ਕਿ ਕਿਸੇ ਨੇ ਉਹਦੀ ਦੁੱਖ ਦੀ ਰਗ ਨੂੰ ਛੇੜ ਦਿੱਤਾ ਹੋਵੇ। ਜਿਸ ਤਰ੍ਹਾਂ ਰਾਜੇ ਆ ਦੇਖੋ ਇਹਦੇ ਵਿੱਚ ਮਾਨ ਸਿੰਘ ਜਿਹੜਾ ਹੈ ਕਰਮ ਸਿੰਘ ਦੇ ਘਰ ਆਇਆ, ਉਹਦਾ ਫੌਜੀ ਮਿੱਤਰ ਸੀ ਜੋ ਕਰਮ ਸਿੰਘ ਦੀ ਸੁੱਖ ਸਾਂਦ ਦੀ ਖਬਰ ਲਿਆ ਸੀ। ਪਰ ਘਰ ਵਿੱਚ ਜਦੋਂ ਕਿਸੇ ਨੇ ਉਸ ਨਾਲ ਗੱਲਬਾਤ ਨਾ ਕੀਤੀ ਤਾਂ ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਜਿਹੇ ਬੱਚੇ ਨੂੰ ਫੌਜ ਵਿੱਚ ਲੈ ਕੇ ਜਾਣ ਦੀ ਗੱਲ ਕੀਤੀ, ਤਾਂ ਬਾਬੇ ਨੂੰ ਇੰਜ ਲੱਗਾ ਜਿਵੇਂ ਕੋਈ ਉਸ ਨੂੰ ਸੂਲ ਵਾਂਗ ਚੁਭੇ ਹੋਏ, ਕਿਉਂਕਿ ਪੁੱਤਰ ਦੀ ਮੌਤ ਦਾ ਦੁੱਖ ਬਾਬਾ ਪਹਿਲਾਂ ਹੀ ਭੋਗ ਰਿਹਾ ਸੀ। ਹੁਣ ਪੋਤੇ ਨੂੰ ਉਹ ਨਹੀਂ ਸੀ ਗਵਾਉਣਾ ਚਾਹੁੰਦਾ, ਕਿਉਂਕਿ ਉਹਦਾ ਪੋਤਾ ਜਿਹੜਾ ਸੀ ਉਹ ਉਹਦੇ ਪੁੱਤਰ ਦੀ ਕੀ ਸੀ? ਅੰਤਿਮ ਨਿਸ਼ਾਨੀ ਸੀ। ਇਸ ਕਰਕੇ ਜਿਹੜਾ ਹੈ ਬਾਬੇ ਨੂੰ ਇਹ ਗੱਲ ਸੂਲ ਵਾਂਗ ਚੁੱਭੀ ਸੀ। ਸੋ ਪਰਿਵਾਰ ਵਾਲੇ ਜਿਹੜੇ ਆ ਉਹ ਸਾਰੇ ਹੀ ਦੁਖੀ ਸੀ। ਇਸ ਕਰਕੇ ਜਿਹੜਾ ਹੈ ਜਦੋਂ ਇਹ ਗੱਲ ਮਾਨ ਸਿੰਘ ਨੇ ਆਖੀ ਸੀ ਤਾਂ ਉਹ ਹੋਰ ਦੁਖੀ ਹੋਏ ਸੀ। ਪਰਿਵਾਰ ਵਾਲੇ ਵਾਰਤਾਲਾਪ ਕਰਨ ਵਾਲੇ ਨਾਲ ਖੁੱਲ੍ਹ ਕੇ ਗੱਲਬਾਤ ਕਿਉਂ ਨਹੀਂ
ਕਰਦੇ। ਕਿਉਂ ਨਹੀਂ ਸੀ ਕਰਦੇ? ਕਿਉਂਕਿ ਬੇਟੇ ਜਿਹੜਾ ਮਾਨ ਸਿੰਘ ਸੀ ਉਹ ਕਰਮ ਸਿੰਘ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ, ਪਤਾ ਹੈ ਨਾ ਤੁਹਾਨੂੰ। ਪਰ ਕਰਮ ਸਿੰਘ ਤਾਂ ਪਹਿਲਾਂ ਹੀ ਸ਼ਹੀਦ ਹੋ ਚੁੱਕਾ ਸੀ, ਉਹ ਤਾਂ ਪਹਿਲਾਂ ਹੀ ਛੱਡ ਕੇ ਜਾ ਚੁੱਕਾ ਸੀ ਪਰਿਵਾਰ ਨੂੰ। ਇਸ ਕਰਕੇ ਜਿਹੜੇ ਆ ਪਰਿਵਾਰ ਵਾਲੇ ਅੰਦਰੋਂ ਤਾਂ ਪਹਿਲਾਂ ਹੀ ਦੁਖੀ ਸੀ, ਤੇ ਉਹ ਇਹ ਨਹੀਂ ਸੀ ਚਾਹੁੰਦੇ ਕਿ ਕਰਮ ਸਿੰਘ ਦੀ ਕੋਈ ਵੀ ਗੱਲ ਜਿਹੜੀ ਹੈ ਉਹ ਉਹਨਾਂ ਦੇ ਸਾਹਮਣੇ ਕੀਤੀ ਜਾਵੇ, ਤਾਂ ਕਿ ਉਹਨਾਂ ਦਾ ਜਿਹੜਾ ਅੰਦਰਲਾ ਦੁੱਖ ਹੈ ਨਾ ਉਹ ਬਾਹਰ ਬਿਆਨ ਹੋ ਜਾਵੇ। ਉਹ ਕਰਮ ਸਿੰਘ ਦੀ ਮੌਤ ਦਾ ਭੇਦ ਲੁਕਾਉਣਾ ਚਾਹੁੰਦੇ ਸੀ, ਕੋਈ ਵੀ ਗੱਲ ਮਾਨ ਸਿੰਘ ਦੇ ਅੱਗੇ ਨਹੀਂ ਖੋਲ੍ਹਣਾ ਚਾਹੁੰਦੇ ਸੀ। ਉਹ ਨਹੀਂ ਸੀ ਚਾਹੁੰਦੇ ਕਿ ਮਾਨ ਸਿੰਘ ਦੀ ਛੁੱਟੀ ਖਰਾਬ ਹੋਵੇ। ਇਸ ਕਰਕੇ ਜਿਹੜੇ ਸੀ ਪਰਿਵਾਰ ਵਾਲੇ ਸਾਰੇ ਹੀ ਜਿਹੜੇ ਆ ਉਹ ਚੁੱਪਚਾਪ ਸੀ। ਬਾਬਾ ਜਿਹੜਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹਦੀਆਂ ਜਿਹੜੀਆਂ ਆ ਛੁੱਟੀਆਂ ਖਰਾਬ ਹੋਣ, ਕਿਉਂਕਿ ਉਹ ਫੌਜੀ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ, ਤੇ ਬਾਕੀ ਵੀ ਜਿਹੜੇ ਆ ਪਰਿਵਾਰ ਵਾਲੇ ਉਹ ਨਹੀਂ ਚਾਹੁੰਦੇ ਸੀ ਕਿ ਉਹਦੀਆਂ ਜਿਹੜੀਆਂ ਆ ਛੁੱਟੀਆਂ ਖਰਾਬ ਹੋ ਜਾਣ। ਇਸ ਕਰਕੇ ਉਹਨਾਂ ਨੇ ਜਿਹੜੀ ਹੈ ਕਰਮ ਸਿੰਘ ਦੀ ਕੋਈ ਵੀ ਗੱਲਬਾਤ ਮਾਨ ਸਿੰਘ ਦੇ ਨਾਲ ਨਹੀਂ ਕੀਤੀ। ਓਏ ਬੜੇ ਗੁਰਦੁਆਰੇ ਨੇ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਲਾਗੇ, ਸਾਰੇ ਥਾਈਂ ਮੱਥਾ ਟੇਕ ਆਵੀਂ, ਨਾਲ ਸਾਡੇ ਘਰੋਂ ਹੋ ਆਵੀਂ, ਮੈਂ ਚਿੱਠੀ ਪਾ ਦਿਓ ਉਹਨਾਂ ਨੂੰ। ਠੀਕ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਦੋਂ ਕਹੇ? ਇਹ ਸ਼ਬਦ ਬੇਟੇ ਕਹੇ ਆ ਕਰਮ ਸਿੰਘ ਨੇ। ਕਿਹਨੂੰ ਕਹੇ ਆ? ਮਾਨ ਸਿੰਘ ਨੂੰ। ਕਦੋਂ ਕਹੇ ਆ? ਜਦੋਂ ਮਾਨ ਸਿੰਘ ਦੀ ਛੁੱਟੀ ਮਨਜ਼ੂਰ ਹੋ ਗਈ ਸੀ, ਉਹ ਪਿੰਡ ਚੱਲਾ ਸੀ, ਫੌਜੀ ਟਰੱਕ ਦੇ ਵਿੱਚ ਬੈਠ ਰਿਹਾ ਸੀ, ਉਸ ਸਮੇਂ ਇਹ ਸ਼ਬਦ ਕਰਮ ਸਿੰਘ ਮਾਨ ਸਿੰਘ ਨੂੰ ਆਖਦਾ ਆ, ਕਿਉਂਕਿ ਦੋਨਾਂ ਦੇ ਪਿੰਡ ਜਿਹੜੇ ਸੀ ਨਾ ਬੇਟੇ ਨਾਲ ਨਾਲ ਸੀ। ਜਿਹੜਾ ਠੱਠੀ ਖਾਰਾ ਪਿੰਡ ਸੀ ਉਹ ਸੀ ਕਰਮ ਸਿੰਘ ਦਾ, ਚੂਹੜਕਾਨਾ ਪਿੰਡ ਸੀ ਮਾਨ ਸਿੰਘ ਦਾ। ਦੋਨਾਂ ਦੇ ਵਿੱਚ ਸਿਰਫ 50 ਕੋਹ ਦਾ ਫਾਸਲਾ ਸੀ। ਇਸ ਕਰਕੇ ਜਦੋਂ ਕਰਮ ਸਿੰਘ ਦੀ ਛੁੱਟੀ ਮਨਜ਼ੂਰ ਨਹੀਂ ਹੋਈ, ਉਸ ਸਮੇਂ ਜਿਹੜਾ ਹੈ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਸੀ ਤਾਂ ਕਿ ਉਹ ਉਹਦੇ ਘਰ ਜਾ ਆਵੇ ਤੇ ਨਾਲੇ ਉਹਦੇ ਪਰਿਵਾਰ ਵਾਲਿਆਂ ਨੂੰ ਮਿਲ ਆਵੇ। ਤੇ ਇੱਕ ਇਹਦਾ ਕਾਰਨ ਇਹ ਸੀ ਕਿ ਉਹਦੇ ਜਿਹੜਾ ਇਲਾਕਾ ਹੈ ਉਹਦੇ ਨੇੜੇ ਜਿਹੜੇ ਗੁਰਦੁਆਰੇ ਬਹੁਤ ਹੈ, ਗੋਇੰਦਵਾਲ ਹੈ, ਖਡੂਰ ਸਾਹਿਬ ਹੈ, ਤਰਨਤਾਰਨ ਹੈ। ਉਹਨੂੰ ਇਹ ਸੀ ਕਿ ਜਦੋਂ ਉਹਦੇ ਘਰ ਜਾਏਗਾ ਤਾਂ ਉਹ ਇਹਨਾਂ ਥਾਵਾਂ ਦੇ ਦਰਸ਼ਨ ਵੀ ਕਰੇਗਾ। ਇਸ ਕਰਕੇ ਉਹਨੇ ਜਿਹੜੇ ਆ ਆਪਣੇ ਇਲਾਕੇ ਦੇ ਵਿੱਚ ਦਿਲਚਸਪੀ ਵਧਾਉਣ ਦੇ ਲਈ ਇਹ ਸ਼ਬਦ ਮਾਨ ਸਿੰਘ ਨੂੰ ਕਹੇ ਸੀ। ਕੌਣ ਕਿਸ ਨੂੰ ਆਪਣੇ ਘਰ ਜਾਣ ਲਈ ਕਹਿੰਦਾ ਹੈ ਤੇ ਕਿਉਂ? ਕਰਮ ਸਿੰਘ ਮਾਨ ਸਿੰਘ ਨੂੰ ਆਪਣੇ ਘਰ ਜਾਣ ਦੇ ਲਈ ਕਹਿੰਦਾ ਆ। ਕਿਉਂ? ਕਿਉਂਕਿ ਕਰਮ ਸਿੰਘ ਦੀ ਛੁੱਟੀ ਮਨਜ਼ੂਰ ਨਹੀਂ ਹੋਈ ਸੀ। ਮਾਨ ਸਿੰਘ ਤੇ ਕਰਮ ਸਿੰਘ ਦੋਨਾਂ ਨੇ ਇਕੱਠੇ ਛੁੱਟੀ ਦੀ ਅਰਜ਼ੀ ਪਾਈ ਸੀ, ਦੋਨੋਂ ਇਕੱਠੇ ਛੁੱਟੀ ਜਾਣਾ ਚਾਹੁੰਦੇ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਫੌਜੀਆਂ ਨੂੰ ਛੁੱਟੀ ਬੜੀ ਔਖੀ ਮਿਲਦੀ ਸੀ। ਇਸ ਕਰਕੇ ਜਿਹੜਾ ਹੈ ਛੁੱਟੀ ਸਿਰਫ ਮਾਨ ਸਿੰਘ ਦੀ ਮਨਜ਼ੂਰ ਹੋਈ, ਕਰਮ ਸਿੰਘ ਦੀ ਛੁੱਟੀ ਮਨਜ਼ੂਰ ਨਹੀਂ ਹੋਈ। ਇਸ ਕਰਕੇ ਜਿਹੜਾ ਹੈ ਕਰਮ ਸਿੰਘ ਚਾਹੁੰਦਾ ਸੀ ਕਿ ਉਹ ਉਹਦੇ ਘਰ ਜਾ ਆਵੇ, ਕਿਉਂਕਿ ਉਹਨੂੰ ਇਹ ਲੱਗਾ ਸੀ ਕਿ ਜਦੋਂ ਮਾਨ ਸਿੰਘ ਉਹਦੇ ਘਰ ਜਾਏਗਾ, ਉਹਦੀਆਂ ਗੱਲਾਂ ਬਾਤਾਂ ਕਰੇਗਾ ਤੇ ਉਹਦਾ ਜਿਹੜਾ ਹੈ ਉਹਦੇ ਘਰ ਵਾਲਿਆਂ ਨਾਲ ਮੇਲ ਹੋ ਜਾਏਗਾ, ਵਾਪਸ ਫੌਜ ਦੇ ਵਿੱਚ ਆਏਗਾ, ਉਹ ਆਪਣੇ ਦੋਸਤ ਦੇ ਜਿਹੜੀਆਂ ਮੂੰਹੋਂ ਗੱਲਾਂ ਬਾਤਾਂ ਸੁਣੇਗਾ ਤਾਂ ਉਹਦੇ ਘਰ ਵਾਲਿਆਂ ਦੇ ਨਾਲ ਮੇਲ ਹੋ ਜਾਵੇਗਾ। ਇਸ ਕਰਕੇ ਜਿਹੜਾ ਹੈ ਕਰਮ ਸਿੰਘ ਨੇ ਮਾਨ ਸਿੰਘ ਨੂੰ ਆਪਣੇ ਘਰ ਜਾਣ ਦੇ ਲਈ ਕਿਹਾ ਸੀ। ਵਾਰਤਾਲਾਪ ਕਰਨ ਵਾਲਿਆਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਬੇਟੇ ਵਾਰਤਾਲਾਪ ਕਰਨ ਵਾਲੇ ਦੋਨੋਂ ਆਪਸ ਦੇ ਵਿੱਚ ਜਿਗਰੀ ਯਾਰ ਸੀ, ਦੋਸਤ ਸੀ। ਦੋਨਾਂ ਦਾ ਆਪਸ ਵਿੱਚ ਦੋਸਤੀ ਦਾ ਰਿਸ਼ਤਾ ਸੀ। ਦੋਨਾਂ ਦੀ ਦੋਸਤੀ ਫੌਜ ਦੇ ਵਿੱਚ ਹੀ ਪਈ ਸੀ। ਜਿਹੜਾ ਕਰਮ ਸਿੰਘ ਸੀ ਉਹ ਪਹਿਲਾਂ ਦਾ ਭਰਤੀ ਸੀ ਤੇ ਇਹ ਕੀ ਕੰਮ ਕਰਦੇ ਸਨ? ਸੋ ਕਰਮ ਸਿੰਘ ਪਹਿਲਾਂ ਦਾ ਭਰਤੀ ਸੀ, ਹੌਲਦਾਰ ਬਣ ਗਿਆ ਸੀ, ਪਰ ਮਾਨ ਸਿੰਘ ਦੀ ਭਰਤੀ ਬਾਅਦ ਵਿੱਚ ਹੋਈ ਸੀ। ਇਸ ਕਰਕੇ ਉਹ ਸਿਰਫ ਜਿਹੜਾ ਹੈ ਹਜੇ ਨਾਇਕੀ ਤੱਕ ਹੀ ਪਹੁੰਚਿਆ ਸੀ। ਦੋਨੋਂ ਫੌਜ ਵਿੱਚ ਸੀ, ਦੋਨੋਂ ਜਿਹੜੇ ਆ ਇੱਕੋ ਹੀ ਕਹਿ ਲਓ ਫਰੰਟ ਦੇ ਵਿੱਚ ਤੈਨਾਤ ਸੀ। ਦੋਨਾਂ ਦੀ ਦੋਸਤੀ ਵੀ ਫੌਜ ਦੇ ਵਿੱਚ ਹੀ ਪਈ ਸੀ। ਔਰ ਆਮ ਕਰਕੇ ਇਹ ਗੱਲ ਮਸ਼ਹੂਰ ਹੈ ਕਿ ਜਿੰਨੀਆਂ ਪੱਕੀਆਂ ਦੋਸਤੀਆਂ ਫੌਜ ਦੇ ਵਿੱਚ ਲੱਗਦੀਆਂ ਆ ਉਨੀਆਂ ਹੋਰ ਕਿਤੇ ਵੀ ਨਹੀਂ ਲੱਗਦੀਆਂ, ਕਿਉਂਕਿ ਫੌਜ ਦੇ ਵਿੱਚ ਜਿਹੜਾ ਹੈ ਇੱਕ ਦੂਜੇ ਦੇ ਉੱਪਰ ਵਿਸ਼ਵਾਸ ਤੇ ਭਰੋਸਾ ਜਿਹੜਾ ਹੈ ਉਹ ਬਹੁਤ ਹੀ ਜ਼ਰੂਰੀ ਹੈ। ਕੀ ਉਹ ਵਾਰਤਾਲਾਪ ਕਰਨ ਵਾਲੇ ਦੇ ਘਰ ਜਾਂਦਾ ਹੈ? ਹਾਂ ਜੀ ਹਾਂ, ਉਹ ਜਾਂਦਾ ਆ ਵਾਰਤਾਲਾਪ, ਮਤਲਬ ਕਿ ਮਾਨ ਸਿੰਘ ਕਰਮ ਸਿੰਘ ਦੇ ਘਰ ਜਾਂਦਾ ਆ। ਉਹਨਾਂ ਦੇ ਘਰ ਦੇ ਮਾਹੌਲ ਤੇ ਚਾਨਣਾ ਪਾਓ। ਉਹਨਾਂ ਦੇ ਘਰ ਦਾ ਮਾਹੌਲ ਕਿਵੇਂ ਸੀ? ਬਿਲਕੁਲ ਸ਼ਾਂਤ, ਚੁੱਪਚਾਪ,
कोई बहुती गलबात नहीं सी कर रहा। हालांकि मान सिंह ने सुनिया सी कि जड़ा जसवंत आ वो खुले सुभाਅ दा आ, गल्लां बातां दा शौकीन है। करम सिंह ने बड़ियां उम्मीदां जड़ियां है वो बन्नियां सी, पर मान सिंह दियां सारियां उम्मीदां ते पानी फिर गया सी, क्योंकि जो वो सोच के गया सी ਉਹਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਸੀ, ਨਾ ਤਾਂ ਉਹਦੇ ਨਾਲ ਬਾਬੇ ਨੇ ਨਾ ਬੇਬੇ ਨੇ, ਤੇ ਇੱਥੋਂ ਤੱਕ ਕਿ ਜਸਵੰਤ ਨੇ ਵੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ। ਔਰ ਸਪੈਸ਼ਲ ਤੁਸੀਂ ਲਿਖਣਾ ਹੈ ਇਸ ਕਰਕੇ ਜਿਹੜਾ ਘਰ ਦਾ ਮਾਹੌਲ ਹੈ ਬੜਾ ਹੀ ਘੁੱਟਵਾਂ ਜਿਹਾ ਸੀ। ठीक है, खुला माहौल नहीं सी, बड़ा ही घुटवा जिहा माहौल सी, जिस करके मान सिंह दा मन जिहड़ा है वो काला पै रहा सी, क्योंकि जिहड़ियां उम्मीदां वो लैके आया सी उहदियां उम्मीदां पूरियां नहीं होईयां सी। ठीक है, सो ये जिहड़े आ क्वेश्चन हो गए तुहाडे बेटा वर्क बुक दे। इस तो इलावा जिहड़ा है इहदे विच तुसीं है इस कहानी विच धरती हेठला बॉल्द किस नूं कहा गया है ते क्यों, ये तुहानूं मैं दस दित्ता है। बाबे नूं कहा गया है ते क्यों, क्योंकि उहने शुरू तो ही जिहड़ियां मुसीबतां झल्लियां सी ते बुढ़ापे दे विच भी जिहड़ा है वो अपने पुत्तर दी मौत दा दुख जिहड़ा है वो बड़ी ही दलेरी दे नाल जल रहा सी। ठीक है, मान सिंह करम सिंह दे घर क्यों गया सी, ये तुहानूं पता है, क्योंकि उहदी छुट्टी मंजूर नहीं सी होई, कि उसदियां ਜਿਹੜੀਆਂ है आसा पूरियां होईयां नहीं पूरियां होईयां, क्योंकि घर का कोई भी बंदा करम सिंह की गल करन दे लई तैयार नहीं सी। करम सिंह दे पुत्तर नूं फौज विच लिजाण दी गल सूलवां क्यों चुभी, तुहानूं मैं समझा दित्ती है। ठीक है, करम सिंह दी मौत दा जिहड़ा है करम सिंह दी मौत दा मासा सिंह अगे किवें खुलिया। ठीक है, करम सिंह दी मौत दा भेद मान सिंह अगे किवें खुलिया। हाँ, ये तुसीं बेटा करना आ। करम सिंह दी मौत दा भेद मान सिंह अगे उदों खुलिया सी जदों डाकिया आ गया सी, अचानक उहदा जिहड़ा है चैक पेंशन दा चैक लैके आ गया सी, और उदों जिहड़ा है उहदे अगे आ देखो पहला जदों मान सिंह दे सामने करम सिंह दी मौत की सच्चाई नहीं आई सी, तां वो सोच रहा सी कि माझे दे लोग किहो जिहे हन, किसी दे नाल सही ढंग नाल गल नहीं करते। वो ये इसलिए सोच रहा सी क्योंकि वो करम सिंह दियां बहुत गल्लां करनियां चाहुंदा सी, पर कोई उस नाल गल नहीं सी कर रहा, तां इसलिए वो उदास हो गया। पर जदों वो अपने घर वापस जाने की तैयारी कर रहा सी, तां उसी समय डाकिया करम सिंह दी पेंशन लैके उसदे घर पहुँच गया, जिस नाल करम सिंह दी मौत दा भेद खुल गया। ये सुन के मान सिंह दा रोना निकल गया, ते उसनूं ये भी पता लग गया सी कि करम सिंह दी मौत दी चिट्ठी आया 15 दिन हो चुके हैं। इस तरह मान सिंह दे अगे करम सिंह दी मौत दा भेद खुल गया। ठीक है, एक क्वेश्चन तुसीं करो। और लास्ट है बेटा, बाबे ने मान सिंह नूं करम सिंह दी मौत दा भेद क्यों नहीं दस्सिया, ये तुहानूं मैं दस ही दित्ता आ कि मान सिंह छुट्टी ते आया होया फौजी सी, जो अपने दोस्त करम सिंह दी गल मन के उसदे घर गया सी, पर करम सिंह दे घर वाले मान सिंह तो करम सिंह दी मौत दा भेद लुका के रखते हैं, क्योंकि फौजियां नूं अपनी छुट्टी बहुत प्यारी हुंदी है, क्योंकि उन्होंने छुट्टी बहुत घट मिलती है। इसलिए बाबा मान सिंह तो करम सिंह की मौत बारे नहीं दसदा, क्योंकि उसकी छुट्टी खराब नहीं सी करना चाहता। बाबे ने यह सोचा कि जदों मान सिंह वापस फौज में जाएगा तो उसनों करम सिंह की मौत का पता लग जाएगा। ठीक है, सो ये एक्सट्रा जोड़े क्वेश्चन है ये पेपरों के लिए इंपॉर्टेंट है, जोड़े बेटे तुसीं करने, इसका विषय अच्छी तरह कर लेना। ठीक है, सो ओके, थैंक यू बच्चे।